ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਅਲੱਗ-ਅਲੱਗ ਪਲੇਟਫਾਰਮਸ ਸੋਸ਼ਲ ਮੀਡੀਆ ਪਲੇਟਫਾਰਮਸ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ। ਦੋਸਤੋ, ਸਭ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਕਿ ਤਕਰੀਬਨ 20-25 ਦਿਨ ਹੋ ਗਏ ਮੈਂ ਤੁਹਾਡੇ ਨਾਲ ਲਾਈਵ ਤੁਹਾਡੇ ਰੂਬਰੂ ਨਹੀਂ ਹੋ ਪਾਇਆ। ਰੈਗੂਲਰ ਮੈਸੇजेस ਆਉਣੇ ਸ਼ੁਰੂ ਹੋ ਜਾਂਦੇ ਆ ਕਿ ਸਰ ਅੱਗੇ ਹਰ ਵੀਕ ਲਾਈਵ ਹੁੰਦੇ ਸੀ, ਹੁਣ ਲਾਈਵ ਕਿਉਂ ਨਹੀਂ ਹੋ ਰਹੇ। ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਕੈਨੇਡਾ ਆਫਿਸ ਦੇ ਰੁਝੇਵੇਂ ਵੀ ਕੁਝ ਇਸ ਤਰ੍ਹਾਂ ਦੇ ਸੀ ਕਿ ਲਾਈਵ ਹੋਣ ਦਾ ਮੌਕਾ ਨਹੀਂ ਮਿਲਦਾ ਸੀ। ਬਟ ਨੋ ਨਿਊਜ਼ ਇਟਸ ਅ ਗੁੱਡ ਨਿਊਜ਼, ਕਿਉਂਕਿ ਜੇ ਕੁਛ ਐਮਰਜੈਂਸੀ ਹੁੰਦਾ ਡਿਸਕਲੋਜ਼ ਜਾਂ ਤੁਹਾਡੇ ਤੱਕ ਪਹੁੰਚਦਾ ਕਰਨ ਵਾਲਾ ਤਾਂ ਮੈਂ ਜ਼ਰੂਰ ਨਾਲ ਦੀ ਨਾਲ ਸਮੇਂ ਚੋਂ ਸਮਾਂ ਕੱਢ ਕੇ ਲਾਈਵ ਹੋ ਜਾਂਦਾ ਹੁੰਦਾ। ਸੋ ਜੇ ਮੈਂ ਲਾਈਵ ਨੂੰ ਥੋੜਾ ਡਿਲੇ ਕੀਤਾ ਤਾਂ ਉਹਦੇ ਪਿੱਛੇ ਇਹੀ ਕਾਰਨ ਸੀ ਕਿ ਸਭ ਕੁਝ ਬਹੁਤ ਹੀ ਨਾਰਮਲ ਲੇਬੱਧ ਚੱਲ ਰਿਹਾ। ਬਸ ਇੱਕ ਜਿਹੜੀ ਨਵੀਂ ਨਿਊਜ਼ ਹਾਈ ਕਮਿਸ਼ਨ ਵੱਲੋਂ ਦਿੱਤੀ ਗਈ ਸੀ ਉਹ ਸਿਰਫ ਇਹੀ ਸੀ ਕਿ ਜਿਹੜਾ ਬੈਕਲੌਗ ਆ ਇਨਵੈਂਟਰੀ ਆ ਉਹ 20 ਲੱਖ ਫਾਈਲਸ ਦੀ ਹੋ ਚੁੱਕੀ ਆ, ਪਰ ਉਹਦੇ ਨਾਲ ਵੀ ਕੋਈ ਘਬਰਾਉਣ ਦੀ ਲੋੜ ਨਹੀਂ। ਹਾਈ ਕਮਿਸ਼ਨ ਨੇ ਜੋ ਕੈਨੇਡੀਅਨ ਗਵਰਨਮੈਂਟ ਤੋਂ ਜੋ ਉਹਨਾਂ ਨੂੰ ਹੈਲਪ ਦੀ ਲੋੜ ਸੀ ਤੇ ਕੈਨੇਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ, ਚਾਹੇ ਉਹ ਫਾਈਨੈਂਸ਼ੀਅਲ ਹੈਲਪ ਸੀ, ਚਾਹੇ ਉਹ ਹਿਊਮਨ ਰਿਸੋਰਸ ਹਾਇਰ ਕਰਨ ਦੇ ਲਈ ਅਥਾਰਟੀ ਦੀ ਹੈਲਪ ਸੀ, ਚਾਹੇ ਉਹ ਤਕਨੀਕੀ ਜੋ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਸੀ ਉਹਨਾਂ ਨਾਲ ਨਜਿੱਠਣ ਦੀ ਸੀ, ਹਰ ਤਰ੍ਹਾਂ ਦੀ ਮਦਦ ਕੈਨੇਡੀਅਨ ਹਾਈ ਕਮਿਸ਼ਨ ਨੂੰ ਕੈਨੇਡੀਅਨ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਆ। ਕਿਉਂਕਿ ਕੈਨੇਡੀਅਨ ਹਾਈ ਕਮਿਸ਼ਨ ਨੂੰ ਪਹਿਲ ਦੇ ਆਧਾਰ ਤੇ ਜੋ ਇਨਵੈਂਟਰੀ ਹਾਈ ਕਮਿਸ਼ਨ ਦੇ ਕੋਲ ਇਕੱਠੀ ਹੋਈ ਪਈ ਆ ਉਹਨੂੰ ਹੱਲ ਕਰਨ ਦੇ ਲਈ ਕਿਹਾ ਜਾ ਰਿਹਾ ਆ। ਲਾਈਵ ਇਸ ਸਮੇਂ ਮੈਂ 3 ਵੱਜ ਚੁੱਕੇ ਨੇ ਸ਼ਾਮ ਦੇ ਕੈਨੇਡਾ ਦੇ ਵਿੱਚ। ਸੋ ਪੰਜਾਬ ਦੇ ਵਿੱਚ ਤਕਰੀਬਨ ਰਾਤ ਦੇ 12:30 ਦਾ ਟਾਈਮ ਹੋਊਗਾ। ਸੋ ਮੈਂ ਮਾਫੀ ਚਾਹੁੰਦਾ ਕਿ ਇੱਕ ਔਡ ਟਾਈਮਿੰਗਸ ਤੇ ਮੈਂ ਤੁਹਾਡੇ ਨਾਲ ਲਾਈਵ ਰੂਬਰੂ ਹੋਇਆ, ਪਰ ਜਦੋਂ ਵੀ ਸਮਾਂ ਮਿਲਿਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਨਫੋਰਮੇਸ਼ਨ ਜੋ ਮੈਂ ਤੁਹਾਨੂੰ ਦੇਣੀ ਚਾਹੁੰਦਾ ਉਹ ਤੁਸੀਂ ਕਲੈਕਟ ਕਰ ਸਕਦੇ ਹੋ। ਦੋਸਤੋ, ਜਿੱਥੋਂ ਤੱਕ ਰਿਜ਼ਲਟਸ ਦੀ ਗੱਲ ਆ, ਪਿਛਲੇ ਲਾਈਵ ਤੋਂ ਲੈ ਕੇ ਹੁਣ ਤੱਕ ਰਿਜ਼ਲਟਸ ਦੇ ਜੋ ਸਮੀਕਰਨ ਪਹਿਲਾਂ ਮੇਰੇ ਲਾਸਟ ਲਾਈਵ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਰੋਜ਼ ਦੀ ਰੋਜ਼ ਰਿਜ਼ਲਟਸ ਵਾਲੇ ਨੇ ਸੇਮ ਸਮੀਕਰਨ ਬਣੇ ਹੋਏ ਨੇ, ਹਰ ਸੇਮ ਤਰ੍ਹਾਂ ਦੇ ਹਾਲਾਤ, ਸੇਮ ਤਰ੍ਹਾਂ ਦੀ ਸਪੀਡ ਹਾਈ ਕਮਿਸ਼ਨ ਨੇ ਬਰਕਰਾਰ ਰੱਖੀ ਹੋਈ ਆ। ਚਾਹੇ ਮੈਂ ਗੱਲ ਓਪਨ ਵਰਕ ਪਰਮਿਟ ਦੀ ਕਰਾਂ, ਚਾਹੇ ਸਟੂਡੈਂਟ ਵੀਜ਼ਾ ਦੀ ਕਰਾਂ, ਚਾਹੇ ਵਿਜ਼ਿਟਰ ਵੀਜ਼ਾ ਦੀ ਕਰਾਂ। ਦੋਸਤੋ, ਜੇ ਮੈਂ ਓਪਨ ਵਰਕ ਪਰਮਿਟ ਦੀ ਗੱਲ ਕਰਾਂ ਤਾਂ ਤਕਰੀਬਨ 100+ ਮੈਡੀਕਲਸ ਤੇ PPR ਰਿਕੁਐਸਟ ਮੇਰੇ ਕੋਲੇ ਪਹੁੰਚ ਚੁੱਕੀਆਂ ਨੇ, ਜਿਨ੍ਹਾਂ ਦਾ ਵੇਰਵਾ ਮੇਰੇ ਕੋਲੇ ਪ੍ਰਿੰਟ ਦੇ ਵਿੱਚ ਵੀ ਹੈਗਾ। ਬਟ ਮੈਂ ਜੇ ਕੱਲਾ ਸ਼ੇਅਰ ਕਰਨ ਲੱਗੂੰਗਾ ਤਾਂ ਲਾਈਵ ਵੀਡੀਓ ਬਹੁਤ ਲੰਬੀ ਚਲੀ ਜਾਊਗੀ। ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵਕਤ ਜੋ ਰੁਝਾਨ ਨੇ 21 ਨਾਲ ਸੰਬੰਧਿਤ 2021 ਨਾਲ ਸੰਬੰਧਿਤ ਜੇ ਮੈਂ ਗੱਲ ਕਰਾਂ ਤਾਂ ਸਾਰੇ ਦੇ ਸਾਰੇ ਈਅਰ ਨਾਲ ਰਿਲੇਟਡ ਕੇਸ ਜੋ ਵੀ ਵੀਜ਼ਾ ਆਫਿਸਰ ਨੂੰ ਲੱਗਿਆ ਕਿ ਇਹ ਕੇਸ ਚੱਕਿਆ ਜਾ ਸਕਦਾ, ਇਸ ਦਾ ਪਾਸਪੋਰਟ ਮੰਗਿਆ ਜਾ ਸਕਦਾ, ਇਸ ਦਾ ਮੈਡੀਕਲ ਮੰਗਿਆ ਜਾ ਸਕਦਾ, ਉਹਨੇ ਡੇਟ ਨਹੀਂ ਨੋਟ ਕੀਤੀ, ਚਾਹੇ ਉਹ ਜੁਲਾਈ ਦਾ ਸੀ, ਚਾਹੇ ਉਹ ਅਕਤੂਬਰ ਦਾ ਸੀ। ਫਿਲਹਾਲ ਹੁਣ ਤੱਕ ਜੇ ਮੈਂ ਗੱਲ ਕਰਾਂ ਤਾਂ ਤਕਰੀਬਨ ਅਕਤੂਬਰ ਮਹੀਨੇ ਤੋਂ, ਜਨਵਰੀ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਦੇ ਸਾਰੇ ਕੇਸਾਂ ਨੂੰ ਹੀ ਹੱਥ ਪਾ ਲਿਆ ਗਿਆ ਆ। ਤੇ ਮੈਕਸਿਮਮ ਰਿਜ਼ਲਟਸ ਜਿਹੜੇ ਮੇਰੇ ਕੋਲੇ ਨੇ ਉਹ 21 ਨਾਲ ਸੰਬੰਧਿਤ ਕੇਸਿਸ ਦੇ ਨੇ ਤੇ ਕੁਝ ਇੱਕਾ ਦੁੱਕਾ ਰਿਜ਼ਲਟਸ ਜਿਹੜੇ ਰੁਕੇ ਹੋਏ ਸੀ 2020 ਦੇ ਉਹ ਵੀ ਮੈਨੂੰ ਮਿਲੇ ਨੇ, ਕਿਉਂਕਿ 2020 ਵਾਲੇ ਰਿਜ਼ਲਟ ਰੁਕਣ ਦੇ ਕਈ ਕਾਰਨ ਬਣੇ ਸੀ ਕਿ ਵੀਜ਼ਾ ਆਫਿਸਰ ਦੀ ਲੀਨੀਅੰਸੀ ਉਹਨਾਂ ਬੱਚਿਆਂ ਪ੍ਰਤੀ, ਉਹਨਾਂ ਕੈਂਡੀਡੇਟਸ ਪ੍ਰਤੀ ਜਿਨ੍ਹਾਂ ਦਾ ਜਿਹੜਾ ਸਟੇਟਸ ਸੀ, ਸਟੂਡੈਂਟ ਸੀ, ਉਸ ਤੋਂ ਬਾਅਦ ਉਹਨਾਂ ਨੇ ਵਰਕ ਪਰਮਿਟ ਤੇ ਚੇਂਜ ਕਰਨਾ ਸੀ। ਪਰ ਸਮਾਂ ਜੋ ਹਾਈ ਕਮਿਸ਼ਨ ਨੇ ਉਹਨਾਂ ਨੂੰ ਦਿੱਤਾ ਸੀ ਕਿ ਕੋਈ ਪ੍ਰੋਬਲਮ ਨਹੀਂ, ਟੇਕ ਯੂਰ ਟਾਈਮ, ਤੁਸੀਂ ਆਪਦਾ ਸਟੇਟਸ ਚੇਂਜ ਕਰੋ, ਉਸ ਤੋਂ ਬਾਅਦ ਜੌਬ ਲਓ, ਜੋ ਸਾਡੀ ਰਿਕੁਆਇਰਮੈਂਟ ਆ ਉਸ ਹਿਸਾਬ ਦੇ ਨਾਲ ਸਾਨੂੰ ਡਾਕੂਮੈਂਟਸ ਅਪਲੋਡ ਕਰ ਦਿਓ ਤਾਂ ਅਸੀਂ ਤੁਹਾਨੂੰ ਰਿਜ਼ਲਟ ਦੇਵਾਂਗੇ। ਹਾਲਾਂਕਿ ਹਾਈ ਕਮਿਸ਼ਨ ਰਿਜੈਕਟ ਕਰ ਸਕਦਾ ਹੁੰਦਾ ਇਹਨਾਂ ਕੇਸਿਸ ਨੂੰ, ਬਟ ਉਹਨਾਂ ਨੇ ਨਹੀਂ ਕੀਤਾ, ਲੀਨੀਅੰਸੀ ਵਰਤੀ। ਪਰ ਵੈਰੀ ਕਰਦਾ ਫਿਰ ਉਵੇਂ ਕਿ ਆਫਿਸਰ ਟੂ ਆਫਿਸਰ, ਜੇ ਕੋਈ ਅਫਸਰ ਲੀਨੀਅੰਟ ਹੁੰਦਾ, ਕੋਈ ਅਫਸਰ ਸਟ੍ਰਿਕਟ ਹੁੰਦਾ ਇਹਨਾਂ ਚੀਜ਼ਾਂ ਨੂੰ ਲੈ ਕੇ, ਤਾਂ ਜਿੱਥੇ ਫਿਰ ਉਹ ਗੱਲ ਆ ਜਾਂਦੀ ਆ ਕਿ ਕਿਹਦੇ ਕੋਲੇ ਕਿਹੜੇ ਹੱਥ ਦੇ ਵਿੱਚ ਤੁਹਾਡਾ ਕੇਸ ਆ, ਤੇ ਉਹ ਫਿਰ ਦਾਣਾ ਪਾਣੀ ਦੀ ਖੇਡ ਆ ਜਾਂਦੀ ਆ। ਬਹੁਤਿਆਂ ਦੇ ਕੇਸ ਰਿਫਿਊਜ਼ ਵੀ ਹੋਏ, ਉਹਨਾਂ ਚੱਕਰ ਦੇ ਵਿੱਚ ਬਹੁਤਿਆਂ ਨੂੰ ਸਮਾਂ ਵੀ ਮਿਲ ਗਿਆ। ਸੋ ਜੇ ਮੈਂ ਇਸ ਵਕਤ ਰੁਝਾਨ ਦੀ ਗੱਲ ਕਰਾਂ ਤਾਂ ਜੋ ਅਕਤੂਬਰ ਤੱਕ ਕੇਸ ਹਾਈ ਕਮਿਸ਼ਨ ਦੇ ਵਿੱਚ ਲੌਜ ਹੋਏ ਸੀ ਓਪਨ ਵਰਕ ਪਰਮਿਟ ਦੇ, ਅਕਤੂਬਰ 2021 ਤੱਕ 20 ਤੋਂ ਲੈ ਕੇ 21 ਅਕਤੂਬਰ ਤੱਕ ਆਲਮੋਸਟ ਸਾਰੇ ਕੇਸਾਂ ਨੂੰ ਹੱਥ ਪਾ ਲਿਆ ਗਿਆ। ਕਿਉਂਕਿ ਜੇ ਮੈਂ ਨਾ 100 ਪਾਸਪੋਰਟ ਰਿਕੁਐਸਟ ਦੀ ਗੱਲ ਕਰਾਂ, 100+ ਪਾਸਪੋਰਟ ਰਿਕੁਐਸਟ ਨੇ, ਜਿਨ੍ਹਾਂ ਵਿੱਚ ਅਗਸਤ 23 ਨੂੰ 2021 ਨੂੰ ਲੌਜ ਹੋਇਆ ਕੇਸ ਆ, ਜੂਨ 2021 ਨੂੰ ਲੌਜ ਹੋਇਆ ਕੇਸ ਆ, ਮਾਰਚ 2021 ਨੂੰ ਲੌਜ ਹੋਇਆ ਕੇਸ ਆ। ਰੈਂਡਮ ਮੈਂ ਕੇਸ ਚੱਕ ਰਿਹਾ ਜੀ। ਐਂਡ ਉਸ ਤੋਂ ਬਾਅਦ ਜੂਨ 2021 ਨੂੰ, ਮਾਰਚ 2021 ਨੂੰ
ਅਕਤੂਬਰ 2021 ਨੂੰ, ਮਈ 2021 ਨੂੰ, ਫੈਬਰੂਰੀ 2021 ਨੂੰ, ਜੁਲਾਈ 2021 ਨੂੰ। ਸੋ ਜੇ ਮੈਂ ਸਾਰਿਆਂ ਦੇ ਕੇਸ ਦੇਖ ਕੇ ਕੋਸ਼ਿਸ਼ ਕਰਾਂ ਤਾਂ 2021 ਨਾਲ ਸੰਬੰਧਿਤ ਸਾਰੇ ਕੇਸਸ ਦੇ ਮੋਸਟਲੀ ਸਾਰੇ ਕੇਸਸ ਦੇ ਰਿਜ਼ਲਟਸ ਜਿਹੜੇ ਉਹਨਾਂ ਨੇ ਦੇਣੇ ਸ਼ੁਰੂ ਕਰਤੇ ਆ ਅਕਤੂਬਰ ਮਹੀਨੇ ਤੱਕ। ਹਜੇ ਅਕਤੂਬਰ ਤੋਂ ਲੈ ਨਵੰਬਰ ਦਸੰਬਰ ਦਾ 2021 ਦਾ ਹਲੇ ਸਾਡੇ ਕੋਲੇ ਕੋਈ ਵੀ ਰਿਜ਼ਲਟ ਨਹੀਂ ਪਹੁੰਚਿਆ। ਸੋ ਜੇ ਮੈਂ ਗੱਲ ਕਰਾਂ ਦੋਸਤੋ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ, ਸਟੂਡੈਂਟ ਵੀਜ਼ਾ ਦੇ ਜਿਹੜੇ ਰੁਝਾਨ ਚੱਲ ਰਹੇ ਨੇ ਉਹਦੇ ਵਿੱਚ 22 ਦੇ ਪਹਿਲੇ ਮਹੀਨੇ ਵਿੱਚ ਲੌਂਚ ਹੋਈਆਂ ਫਾਈਲਸ ਦੇ ਵੀ ਰਿਜ਼ਲਟ ਆ ਰਹੇ ਨੇ ਤੇ ਅਪ੍ਰੈਲ 22 ਦੀਆਂ ਲੌਂਚ ਹੋਈਆਂ ਫਾਈਲਸ ਦੇ ਵੀ ਰਿਜ਼ਲਟ ਆ ਰਹੇ ਨੇ। ਐਂਡ ਮੈਕਸਿਮਮ ਰਿਜ਼ਲਟਸ ਜਿਹੜੇ ਮੈਨੂੰ ਦੇਖਣ ਨੂੰ ਮਿਲ ਰਹੇ ਨੇ ਮਾਰਚ ਅਪ੍ਰੈਲ ਦੇ ਦੇਖਣ ਨੂੰ ਮਿਲ ਰਹੇ ਨੇ। ਇੱਕ ਪਹਿਲਾ ਰਿਜ਼ਲਟ ਆ ਜਿਹੜਾ ਉਹ ਜਨਵਰੀ ਦਾ ਵੀ ਪਿਆ ਵਾ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਦੂਜੇ ਮਹੀਨੇ ਦੇ ਵੀ ਕੁਝ ਰਿਜ਼ਲਟਸ ਨੇ, ਫੈਬਰੂਰੀ ਦੇ ਵੀ, 7ਵੇਂ ਮਹੀਨੇ ਨਾਲ ਸੰਬੰਧਿਤ ਪਹਿਲੇ ਮਹੀਨੇ ਨਾਲ ਸੰਬੰਧਿਤ ਵੀ ਰਿਜ਼ਲਟਸ ਨੇ ਐਂਡ ਤੀਜੇ ਮਹੀਨੇ ਨਾਲ ਸੰਬੰਧਿਤ ਵੀ ਰਿਜ਼ਲਟ ਨੇ ਐਂਡ ਅਪ੍ਰੈਲ ਮਹੀਨੇ ਨਾਲ ਵੀ ਸੰਬੰਧਿਤ ਕੁਝ ਰਿਜ਼ਲਟਸ ਆਪਣੇ ਕੋਲੇ ਆਏ ਹੋਏ ਨੇ। ਸੋ ਦੋਸਤੋ ਇਹ ਤਾਂ ਉਹ ਰਿਜ਼ਲਟਸ ਨੇ ਜੋ ਮੈਂ ਪਿਛਲੇ ਲਾਈਵ ਤੋਂ ਲੈ ਕੇ ਹੁਣ ਤੱਕ ਜੋ ਮੈਂ ਲਾਈਵ ਨਹੀਂ ਹੋ ਪਾਇਆ ਸੀ ਉਸ ਸਮੇਂ ਦੌਰਾਨ ਹਾਈ ਕਮਿਸ਼ਨ ਨੇ ਤਕਰੀਬਨ 100+ ਓਪਨ ਵਰਕ ਪਰਮਿਟ ਦੀਆਂ ਰਿਕੁਐਸਟ ਲੈਟਰਸ, ਪਾਸਪੋਰਟ ਰਿਕੁਐਸਟ ਲੈਟਰਸ ਐਂਡ ਮੈਡੀਕਲ ਰਿਕੁਐਸਟ ਲੈਟਰਸ ਸਾਨੂੰ ਭੇਜੀਆਂ ਨੇ। ਇਟ ਮੀਨਸ ਜੇ ਮੈਂ ਗੱਲ ਕਰਾਂ ਕਿ ਕੇਸ ਸੋਲਵ ਕਰਨ ਦੀ ਜਿਹੜੀ ਸਪੀਡ ਆ ਉਹ ਹਾਈ ਕਮਿਸ਼ਨ ਨੇ ਬਰਕਰਾਰ ਰੱਖੀ ਹੋਈ ਆ ਐਂਡ ਉਹਨਾਂ ਨੂੰ ਰੱਖਣੀ ਵੀ ਪਊਗੀ ਕਿਉਂਕਿ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇਹ ਸਖਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਐਜ਼ ਸੂਨ ਐਜ਼ ਪੋਸੀਬਲ ਜਿਹੜੇ ਕੇਸ ਰੁਕੇ ਹੋਏ ਨੇ, ਜਿਹੜੇ ਕੇਸ ਫਸੇ ਹੋਏ ਨੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਡਿਮਾਂਡ ਆ, ਜੋ ਇੱਕ ਪਾਰਟਿਕੂਲਰ ਇਮੀਗ੍ਰੈਂਟਸ ਦੀ ਡਿਮਾਂਡ ਆ, ਹਰ ਈਅਰ ਦਾ ਜਿਹੜਾ ਕੋਟਾ ਉਹ ਸਮੇਂ ਰਹਿੰਦੇ ਅਨੁਸਾਰ ਪੂਰਾ ਕਰ ਲਿਆ ਜਾਵੇ। ਸੋ ਦੋਸਤੋ ਅਗਲੀ ਜਿਹੜਾ ਮੋਸਟਲੀ ਮੇਰੇ ਤੋਂ ਸਵਾਲ ਪੁੱਛੇ ਜਾਂਦੇ ਨੇ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਸਵਾਲ ਮੇਰੇ ਤੋਂ ਕਈ ਵਾਰੀ ਕਰਦੇ ਨੇ ਕਿ ਸਰ ਇੱਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਹੀ ਕੇਸ ਲਾਇਆ ਜਾਵੇ। ਦੋਸਤੋ ਇਹੋ ਜਿਹੇ ਕਈ ਸਵਾਲ ਹੋਰ ਆ ਜਾਂਦੇ ਨੇ ਪਰ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਹਰ ਕੇਸ ਦੇ ਉੱਤੇ ਹਰ ਤਰ੍ਹਾਂ ਦੀ ਤਕਨੀਕ ਲਾਗੂ ਨਹੀਂ ਹੁੰਦੀ। ਹਰ ਕੇਸ ਦਾ ਜਿਹੜਾ ਕੈਟਾਗਰੀ ਸੇਮ ਹੋ ਸਕਦੀ ਆ ਪਰ ਜਿਹੜਾ ਨੇਚਰ ਆ, ਜੋ ਤਸਵੀਰ ਆ ਹਰੇਕ ਕੇਸ ਦੀ ਉਹ ਡਿਫਰੈਂਟ ਹੁੰਦੀ ਆ। ਆਪਾਂ ਨੂੰ ਜੇ ਤੁਸੀਂ ਮੈਨੂੰ ਕਹੋਗੇ ਕਿ ਮੈਂ ਓਪਨ ਵਰਕ ਪਰਮਿਟ ਲਾਉਣਾ ਤੇ ਤੁਸੀਂ ਬਿਨਾ ਮੈਨੂੰ ਸਾਰਾ ਪ੍ਰੋਫਾਈਲ ਦੱਸੇ ਬਿਨਾ ਕਿ ਤੁਹਾਡਾ ਸਪਾਊਸ ਕੀ ਕਰ ਰਿਹਾ, ਤੁਹਾਡੇ ਸਪਾਊਸ ਨੂੰ ਗਏ ਨੂੰ ਕੈਨੇਡਾ ਕਿੰਨਾ ਟਾਈਮ ਹੋ ਗਿਆ, ਤੁਹਾਡੇ ਸਪਾਊਸ ਨਾਲ ਤੁਹਾਡਾ ਰਿਲੇਸ਼ਨ ਕਿੰਨਾ ਪੁਰਾਣਾ, ਤੁਸੀਂ ਵਿਆਹ ਕਦੋਂ ਕਰਵਾਇਆ ਸੀ, ਤੁਹਾਡੇ ਕੋਲੇ ਵਿਆਹ ਦੇ ਕਿਹੜੇ ਪ੍ਰੂਫਸ ਨੇ, ਤੁਹਾਡੇ ਕੋਲੇ ਵਿਆਹ ਨਾਲ ਸੰਬੰਧਿਤ ਕਿੰਨੀਆਂ ਫੋਟੋਗ੍ਰਾਫਸ ਨੇ, ਕਿੰਨੇ ਤੁਸੀਂ ਫੰਕਸ਼ਨ ਕੀਤੇ, ਵਿਆਹ ਤੋਂ ਪਹਿਲਾਂ ਦਾ ਰਿਲੇਸ਼ਨ ਕੀ ਸੀ। ਜਾਨੀ ਜੇ ਆਪਾਂ ਕਹਿ ਦਈਏ ਕਈਆਂ ਦੀ ਰਿੰਗ ਸੈਰੇਮਨੀ ਇੱਕ ਸਾਲ ਪਹਿਲਾਂ ਹੋ ਜਾਂਦੀ ਆ ਜਾਂ ਬੱਚੇ ਇਕੱਠੇ ਪੜ੍ਹ ਰਹੇ ਹੁੰਦੇ ਆ ਤੇ ਉਹਨਾਂ ਨੇ ਆਪਦਾ ਜੀਵਨ ਸਾਥੀ ਆਪ ਲੱਭਿਆ ਹੁੰਦਾ ਜਿਨ੍ਹਾਂ ਨੂੰ ਲਵ ਮੈਰਿਜ ਕਹਿ ਦਿੰਦੇ ਆ, ਉਸ ਨਾਲ ਸੰਬੰਧਿਤ ਜਿਵੇਂ ਹਰ ਤਰ੍ਹਾਂ ਦਾ ਵੇਰਵਾ ਸਾਡੇ ਕੋਲੇ ਹੋਣਾ ਚਾਹੀਦਾ। ਫਿਰ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਇੱਕ ਸਮੈਸਟਰ ਵੇਟ ਕਰਨੀ ਆ, ਤੁਸੀਂ 2 ਸਮੈਸਟਰ ਵੇਟ ਕਰਨੀ ਆ ਜਾਂ ਵੇਟ ਕਰਨ ਦੀ ਲੋੜ ਹੈ ਵੀ ਜਾਂ ਨਹੀਂ ਹੈ। ਦੂਸਰੀ ਇੰਪੋਰਟੈਂਟ ਗੱਲ ਆ ਜਾਂਦੀ ਹੈ ਦੋਸਤੋ ਫੰਡਸ। ਦੇਖੋ ਫੰਡਸ ਦੇ ਵਿੱਚ ਜਿਹੜੀ ਫੰਡਸ ਦੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਇਹ ਆ ਕਿ ਜੇ ਤੁਸੀਂ 2 3 4 ਡਾਕੂਮੈਂਟਸ ਫੰਡਸ ਦੇ ਨਾਲ ਸੰਬੰਧਿਤ ਲਾਉਂਦੇ ਹੋ, ਜੇ ਮੈਂ ਉਹਨਾਂ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਕਰਾਂ ਤਾਂ ਉਹਦੇ ਵਿੱਚ ਸੋਰਸ ਆਫ ਇਨਕਮ ਆ। ਸੋਰਸ ਆਫ ਇਨਕਮ ਦੇ ਵਿੱਚ ਤੁਸੀਂ ਜੌਬ ਵੀ ਕਰਦੇ ਹੋ ਸਕਦੇ ਹੋ, ਤੁਸੀਂ ਬਿਜ਼ਨਸ ਵੀ ਕਰਦੇ ਹੋ ਸਕਦੇ ਹੋ, ਤੁਸੀਂ ਫਾਰਮ ਐਗਰੀਕਲਚਰਿਸਟ ਵੀ ਹੋ ਸਕਦੇ ਹੋ, ਤੁਸੀਂ ਕਾਓ ਫਾਰਮ ਓਨਰ ਵੀ ਹੋ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਦੀ ਸੈਲਫ ਇੰਪਲੋਇਡ ਵੀ ਹੋ ਸਕਦੇ ਹੋ। ਤਾਂ ਉਹਦੇ ਨਾਲ ਸੰਬੰਧਿਤ ਤੁਹਾਡੇ ਕੋਲੇ ਕਾਗਜ਼ਾਤ ਕੀ ਨੇ। ਜੇ ਤੁਸੀਂ ਜੌਬ ਕਰਦੇ ਹੋ ਤਾਂ ਤੁਹਾਡੀ ਬੈਂਕ ਦੇ ਵਿੱਚ ਜੋ ਸੈਲਰੀ ਆਉਂਦੀ ਆ, ਸੈਲਰੀ ਰਿਸੀਟਸ, ਸੈਲਰੀ ਚੈਕਸ, ਸੈਲਰੀ ਦੀ ਜਿਹੜੀ ਸਟੇਟਮੈਂਟ ਉਹ, ਤੁਸੀਂ ITRs, ਜੇ ਤੁਸੀਂ ਗਵਰਨਮੈਂਟ ਅਪਲਾਈ ਹੋ 16 ਨੰਬਰ ਫਾਰਮ, NOC, ਜੇ ਤੁਸੀਂ ਐਗਰੀਕਲਚਰਿਸਟ ਹੋ J ਫਾਰਮ, ਤੁਹਾਡੇ ਕੋਲੇ ਕਿੰਨੀ ਜ਼ਮੀਨ ਆ, ਤੁਹਾਡੇ ਖੇਤੀ ਤੁਸੀਂ ਕਿੰਨੀ ਆਪਦੀ ਜ਼ਮੀਨ ਤੇ ਕਰਦੇ ਹੋ, ਕਿੰਨੀ ਤੁਸੀਂ ਠੇਕੇ ਤੇ ਲੈ ਕੇ ਕਰਦੇ ਹੋ, ਠੇਕੇ ਵਾਲੇ ਨਾਲ ਤੁਹਾਡੇ ਕੋਲੇ ਰਿਟਰਨ ਦੇ ਵਿੱਚ ਕਿਹੋ ਜਿਹਾ ਡਾਕੂਮੈਂਟੇਸ਼ਨ ਆ। ਜੇ ਤੁਸੀਂ ਸੈਲਫ ਇੰਪਲੋਇਡ ਹੋ ਤਾਂ ਤੁਸੀਂ ਕਿਹੜਾ ਬਿਜ਼ਨਸ ਆ, ਉਹਦੀ ਕਿਹੜੀ ਰਜਿਸਟ੍ਰੇਸ਼ਨ ਕਰਵਾਈ ਹੋਈ ਆ, ਕੀ ਤੁਸੀਂ ਉਹਦੇ ਵਿੱਚ ਉਹਦਾ ਕਿਹੜਾ ਕਰੰਟ ਅਕਾਊਂਟ ਆ, ਕਿਵੇਂ ਉਹਦੀਆਂ ਟ੍ਰਾਂਜੈਕਸ਼ਨਸ, ਤੁਸੀਂ ਆਪਦੀ ਇਨਕਮ ਕਿਵੇਂ ਦਿਖਾਉਂਦੇ ਹੋ, ਤੁਸੀਂ ਆਪਦੇ ਖਰਚੇ ਕਿਵੇਂ ਦਿਖਾਉਂਦੇ ਹੋ। ਜੇ ਤੁਸੀਂ ਬਿਜ਼ਨਸ ਓਨਰ ਹੋ ਤਾਂ ਕਿਹੜਾ ਬਿਜ਼ਨਸ ਆ, ਕਿਹਦੇ ਨਾਂ ਦੇ ਉੱਤੇ ਆ, ਕੀ ਉਹਦੇ ਵਿੱਚ ਤੁਸੀਂ ਪਾਰਟਨਰਸ਼ਿਪ ਤੇ ਹੋ, ਕੀ ਤੁਸੀਂ ਉਹਦੇ ਵਿੱਚ ਪ੍ਰੋਪਰਾਈਟਰਸ਼ਿਪ ਤੇ ਹੋ, ਤੁਸੀਂ ਉਹਦਾ ਕਰੰਟ ਅਕਾਊਂਟ, ਤੁਸੀਂ ਉਹਦੀਆਂ ITRs, ਹਰ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਰਿਪੋਰਟਸ ਤੁਸੀਂ ਹਾਈ ਕਮਿਸ਼ਨ ਨੂੰ ਭੇਜਣੀਆਂ ਹੁੰਦੀਆਂ। ਪਰ ਇੱਕ ਗੱਲ ਜਿਹੜੀ ਜ਼ਰੂਰੀ ਯਾਦ ਰੱਖਣ ਵਾਲੀ
ਵਾਲੀ ਆ ਦੋਸਤੋ ਕਿ ਮੈਂ ਜੋ ਜਿੰਨੇ ਰਿਫਿਊਜ਼ ਹੋਏ ਕੇਸ ਮੈਂ ਦੇਖਦਾ ਵਾਚਦਾ ਉਹਨਾਂ ਨੂੰ, ਤਾਂ ਜਦੋਂ ਮੈਂ ਉਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਵੱਲ ਨਿਗਾਹ ਮਾਰਦਾ ਤਾਂ ਦੋਸਤੋ ਉਹ ਕੇਸ ਰਿਫਿਊਜ਼ ਹੋਣ ਵਾਸਤੇ ਹੀ ਲਾਏ ਜਾਂਦੇ ਨੇ। ਕਿਉਂ? 3 ਤਰ੍ਹਾਂ ਦੇ ਡਾਕੂਮੈਂਟ ਸਾਡੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਵੀਰ ਨੇ ਭੇਜ ਰਹੇ ਨੇ। ਸੋਰਸ ਆਫ ਇਨਕਮ ਜਿਹਦੇ ਵਿੱਚ ਕੋਈ ਜੇ ਫਾਰਮ ਲਾਉਂਦਾ, ਕੋਈ ਸੈਲਰੀ ਸਲਿੱਪ ਲਾਉਂਦਾ। ਉਸ ਤੋਂ ਬਾਅਦ ਸਟੇਟਮੈਂਟ, ਬੈਂਕ ਸਟੇਟਮੈਂਟ ਪਿਛਲੇ 4 ਤੋਂ 6 ਮਹੀਨਿਆਂ ਦੀ, ਤੇ ਤੀਸਰੀ ਹੁੰਦੀ ਆ ITR, ਇਨਕਮ ਟੈਕਸ ਰਿਟਰਨਸ। ਇਹ ਤਿੰਨੇ ਹੀ ਡਾਕੂਮੈਂਟ ਆਪਸ ਦੇ ਵਿੱਚ ਮੇਲ ਨਹੀਂ ਖਾ ਰਹੇ ਹੁੰਦੇ। ITR ਪਰ ਬੋਲ ਰਹੀ ਹੁੰਦੀ ਆ ਕਿ ਤੁਹਾਡੀ ਜਿਹੜੀ ਇਨਕਮ ਆ, ਤੁਸੀਂ ਆਪਦੇ ਅਕਾਊਂਟੈਂਟ ਕੋਲੇ ਗਏ ਜਾਂ ਕਿਸੇ ਵੀ ਅਕਾਊਂਟੈਂਟ ਕੋਲੇ ਗਏ, ਉਹਨੂੰ ਉਹਦੀ ਫੀਸ ਦਿੱਤੀ, ਉਹਨੂੰ ਕਹਿਤਾ ਜਿੰਨੀ ਇਨਕਮ ਤੇ ਟੈਕਸ ਨਹੀਂ ਪੈਂਦਾ ਉਨੀ ਤੂੰ ਮੇਰੀ ਰਿਟਰਨ ਭਰ ਦੇ। ਉਹ ਰਿਟਰਨ ਬੋਲ ਰਹੀ ਹੁੰਦੀ ਆ। ਤੁਹਾਡੇ ਜਿਹੜੇ ਸੋਰਸ ਆਫ ਇਨਕਮ ਆ ਉਹ ਬੋਲ ਰਹੇ ਹੁੰਦੇ ਆ ਵੀ ਤੁਹਾਡੀ ਜਿਹੜੀ ਐਨੂਅਲ ਇਨਕਮ ਆ ਉਹ 6 ਤੋਂ 7 ਲੱਖ ਆ, ਤੇ ਤੁਹਾਡੇ ਅਕਾਊਂਟ ਦੇ ਵਿੱਚ ਪੁਰਾਣਾ 7 ਲੱਖ ਤੋਂ 8 ਲੱਖ ਰੁਪਇਆ ਪਿਆ ਹੁੰਦਾ, ਜਾਂ 7 ਤੋਂ 10 ਲੱਖ ਰੁਪਇਆ ਵੀ, ਕਈਆਂ ਦੇ 11 ਲੱਖ ਰੁਪਇਆ ਵੀ ਪਿਆ ਹੁੰਦਾ। ਹੁਣ ਵੀਜ਼ਾ ਆਫਿਸਰ ਜਦੋਂ ਉਹ ਤਿੰਨੇ ਡਾਕੂਮੈਂਟ ਆਪਦੇ ਕੋਲੇ ਰੱਖਦਾ ਤਾਂ ਉਹ ਉਹਨਾਂ ਨੂੰ ਤਿੰਨਾਂ ਨੂੰ ਵਾਚਦਾ, ਤਾਂ ਉਹ ਕੋਈ ਵੀ ਗੱਲ ਉਹਦੇ ਸਮਝ ਦੇ ਵਿੱਚ ਨਹੀਂ ਪੈਂਦੀ ਕਿ ਜਿਹੜੀ ਇਨਕਮ ਟੈਕਸ ਰਿਟਰਨ ਆ ਉਹ ਕਹਿ ਰਹੀ ਹੈ ਸਾਲ ਦੀ ਇਨਕਮ 3 ਤੋਂ 4 ਲੱਖ ਆ, ਜਿਹੜੇ ਉਹਦੇ ਸੋਰਸ ਆਫ ਇਨਕਮ ਆ ਉਹ ਕਹਿ ਰਿਹਾ ਇਨਕਮ 6 ਤੋਂ 7 ਲੱਖ ਆ, ਤੇ ਜਿਹੜੇ ਅਕਾਊਂਟ ਦੇ ਵਿੱਚ ਉਹਦੇ 11 ਲੱਖ ਆ। ਇਹ 11 ਲੱਖ ਦੀ ਸੇਵਿੰਗ ਹੋਈ ਕਿਵੇਂ? ਜਿਸ ਬੰਦੇ ਦੀ ITR 3 ਲੱਖ ਦੀ, ਸੋਰਸ ਆਫ ਇਨਕਮ 6 ਲੱਖ ਦਾ, ਤੇ ਉਹਦੀ ਇਨਕਮ ਟੈਕਸ ਜੋ ਸਟੇਟਮੈਂਟ, ਬੈਂਕ ਸਟੇਟਮੈਂਟ ਬੋਲ ਰਹੀ ਹੈ ਕਿ ਪੁਰਾਣਾ 11 ਲੱਖ, 10 ਲੱਖ, 8 ਲੱਖ ਪਿਆ। ਸੋ ਇੰਪੋਰਟੈਂਟ ਚੀਜ਼ ਕੀ ਆ ਕਿ ਤਿੰਨੇ ਚਾਰੇ ਡਾਕੂਮੈਂਟਸ ਜਿਹੜੇ ਤੁਸੀਂ ਹਾਈ ਕਮਿਸ਼ਨ ਨੂੰ ਭੇਜ ਰਹੇ ਆ ਉਹ ਆਪਸ ਦੇ ਵਿੱਚ ਮੇਲ ਖਾਂਦੇ ਹੋਣੇ ਚਾਹੀਦੇ ਆ, ਕੰਪਲੀਮੈਂਟ ਕਰਦੇ ਹੋਣੇ ਚਾਹੀਦੇ ਆ। ਇਹ ਨਹੀਂ ਹੈ ਕਿ ਕਿਸੇ ਦਾ ਮੂੰਹ ਕਿੱਧਰ ਨੂੰ ਆ ਤੇ ਕਿਸੇ ਦਾ ਮੂੰਹ ਕਿੱਧਰ ਨੂੰ ਆ। ਫੰਡ ਸ਼ੋ ਕਰ ਦਿਓ। ਇਹ ਇੱਕ ਬੜਾ ਹੀ ਜੇ ਮੈਂ ਇਹ ਕਹਦਾ ਕਿ ਇੱਕ ਬੜਾ ਹੀ ਅਨਪ੍ਰੋਫੈਸ਼ਨਲ ਟਰਮ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਖਾਸ ਕਰਕੇ ਇਹ ਪੰਜਾਬ ਦੇ ਵਿੱਚ ਬੋਲੀ ਜਾਂਦੀ ਆ, ਚਾਹੇ ਉਹ ਵਿਜ਼ਟਰ ਵੀਜ਼ਾ ਵਾਲੇ ਨਾਲ ਸੰਬੰਧਿਤ ਕੇਸਿਸ ਹੋਣ, ਚਾਹੇ ਉਹ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਕੇਸਿਸ ਹੋਣ। ਈਵਨ ਹੁਣ ਸਟੂਡੈਂਟ ਵੀਜ਼ਾ ਜਿਹੜੇ ਨੌਨ SDS ਅਪਲਾਈ ਕਰਦੇ ਨੇ, ਫੰਡ ਸ਼ੋ ਕਰਨੇ ਪੈਣਗੇ ਜੀ। ਫੰਡ ਸ਼ੋ ਕਰਨ ਦਾ ਇੱਕ ਸਿਸਟਮ ਆ, ਫੰਡ ਸ਼ੋ ਕਰਨ ਦੀ ਇੱਕ ਟੈਕਨੀਕ ਆ। ਫੰਡ ਸ਼ੋ ਕਰਨ ਦੇ ਲਈ ਹਾਈ ਕਮਿਸ਼ਨ ਨੂੰ ਜੋ ਤੁਸੀਂ ਚੀਜ਼ ਭੇਜ ਰਹੇ ਹੋ, ਜੋ ਤੁਸੀਂ ਕਾਗਜ਼ ਭੇਜ ਰਹੇ ਹੋ, ਉਹ ਕਾਗਜ਼ ਕਿੰਨਾ ਅਥੈਂਟਿਕ ਆ, ਉਹ ਕਿੰਨਾ ਅਥੈਂਟਿਕ ਲੱਗਦਾ ਐਜ਼ ਪਰ ਯੂਅਰ ਸਰਕਮਸਟੈਂਸਸ ਆਫ ਯੂਅਰ ਵਰਕ, ਐਜ਼ ਪਰ ਦਾ ਨੇਚਰ ਆਫ ਯੂਅਰ ਬਿਜ਼ਨਸ। ਉਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖ ਕੇ ਹਾਈ ਕਮਿਸ਼ਨ ਨੂੰ ਕੇਸ ਭੇਜਣੇ ਹੋਣਗੇ। ਜੇ ਤੁਸੀਂ ਉਹ ਡਾਕੂਮੈਂਟ ਕੋਈ ਵੀ ਕਿਸੇ ਵੀ ਤਰੀਕੇ ਨਾਲ ਅਪਲਾਈ ਕਰਕੇ ਹਾਈ ਕਮਿਸ਼ਨ ਨੂੰ ਕੇਸ ਅਪਲਾਈ ਕਰਕੇ ਤੇ ਹਾਈ ਕਮਿਸ਼ਨ ਨੂੰ ਭੇਜ ਦਿਓਗੇ, ਉਹ ਗੱਲ ਹੋ ਜਾਂਦੀ ਹੈ ਡੰਗ ਟਪਾਉਣ ਵਾਲੀ ਕਿ ਅਸੀਂ ਡਾਕੂਮੈਂਟ ਚੈੱਕਲਿਸਟ ਦੇ ਵਿੱਚ ਇੱਕ ਡਾਕੂਮੈਂਟ ਆ, ਚੈੱਕਲਿਸਟ ਕਿਤੋਂ ਵੀ ਚੱਕੀ ਆ ਤੇ ਉਹ ਚੈੱਕਲਿਸਟ ਅਸੀਂ ਪੂਰੀ ਕਰਤੀ, ਕੰਮ ਨਿਬੇੜਤਾ। ਦੇਖੋ ਚੈੱਕਲਿਸਟ ਦਾ ਜਿਹੜਾ ਕੰਮ ਆ ਉਹ ਆ ਵੀ ਇੰਨੇ ਪ੍ਰਕਾਰ ਦੇ ਡਾਕੂਮੈਂਟ ਚਾਹੀਦੇ ਨੇ ਸਾਨੂੰ, ਇੰਨੇ ਤਰ੍ਹਾਂ ਦੇ ਡਾਕੂਮੈਂਟ ਇੱਕ ਕੈਂਡੀਡੇਟ ਦੇ ਸਾਨੂੰ ਚਾਹੀਦੇ ਨੇ, ਪਰ ਉਹ ਡਾਕੂਮੈਂਟ ਹਾਈ ਕਮਿਸ਼ਨ ਦੇ ਅਨੁਸਾਰ ਕਿਵੇਂ ਆਪਾਂ ਤਿਆਰ ਕਰਨੇ ਨੇ, ਇਹ ਕੰਮ ਆ ਤੁਹਾਡੇ ਐਜੂਕੇਸ਼ਨ, ਤੁਹਾਡੇ ਇਮੀਗ੍ਰੇਸ਼ਨ ਕੰਸਲਟੈਂਟ ਦਾ, ਕਿ ਕੀ ਇਹ ਸਾਰੇ ਡਾਕੂਮੈਂਟ ਹਾਈ ਕਮਿਸ਼ਨ ਜਾਂ ਵੀਜ਼ਾ ਆਫਿਸਰ ਨੂੰ ਕੰਪੈਲ ਜਾਂ ਉਹਨੂੰ ਪ੍ਰਭਾਵ ਉਹਦੇ ਤੇ ਛੱਡ ਸਕਣਗੇ ਕਿ ਉਹ ਤੁਹਾਨੂੰ ਵੀਜ਼ਾ ਦੇਵੇ, ਜਾਂ ਉਹਨੂੰ ਇਹ ਲੱਗੇਗਾ ਕਿ ਇਹ ਜਿਹੜੇ ਫੰਡਸ ਨੇ ਉਹਦੇ ਅਨੁਸਾਰ ਇਹ ਜਿਹੜਾ ਕੈਂਡੀਡੇਟ ਆ ਵੀਜ਼ਾ ਲੈਣ ਦੇ ਕਾਬਿਲ ਆ। ਸੋ ਦੋਸਤੋ, ਇਹ ਬੜੀਆਂ ਇਹੋ ਜਿਹੀਆਂ ਚੀਜ਼ਾਂ ਨੇ, ਬੜੀਆਂ ਇਹੋ ਜਿਹੀਆਂ ਗੱਲਾਂ ਨੇ ਜੋ ਅਸੀਂ ਵਰਕਆਊਟ ਕਰਕੇ ਸਿੱਖਦੇ ਹਾਂ, ਜੋ ਅਸੀਂ ਮਿਹਨਤ ਕਰਕੇ ਸਿੱਖਦੇ ਹਾਂ, ਜੋ ਅਸੀਂ ਬਾਰ-ਬਾਰ ਕਿ ਜਿਹੜੇ ਕੇਸ ਸਾਡੇ ਕੋਲੇ ਆਉਂਦੇ ਨੇ ਉਹਨਾਂ ਨੂੰ ਪੜ੍ਹਦੇ ਹਾਂ, ਉਹਨਾਂ ਨੂੰ ਸਮਝਦੇ ਹਾਂ, ਉਹਨਾਂ ਦੇ ਤਕਨੀਕੀ ਉਹਨਾਂ ਵਿੱਚ ਜੋ ਗਲਤੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਵਰਕਆਊਟ ਕਰਕੇ ਸਿੱਖਦੇ ਹਾਂ। ਜੋ GCMS ਨੋਟਸ ਹਾਈ ਕਮਿਸ਼ਨ ਜਿਹੜੇ ਬੱਚੇ ਨਹੀਂ ਵੀ ਅਪਲਾਈ ਕਰਨਾ ਚਾਹੁੰਦੇ, ਮੰਨ ਲਓ ਕੋਈ ਰਿਫਿਊਜ਼ਲ ਵਾਲਾ ਸਾਡੇ ਕੋਲ ਚੱਲ ਕੇ ਆ ਗਿਆ, ਅਸੀਂ ਉਹਨਾਂ ਨੂੰ ਕਹਤਾ ਜੀ GCMS ਨੋਟਸ ਦੇ ਦਿਓ ਆਪਦੇ, ਉਹ ਕਹਿੰਦਾ ਜੀ ਅਸੀਂ ਨਹੀਂ ਅਪਲਾਈ ਕਰਨੇ, ਅਸੀਂ ਖੁਦ ਉਹਨਾਂ ਦੇ ਕੇਸ ਨੋਟਸ ਅਪਲਾਈ ਕਰਕੇ ਪੜ੍ਹਦੇ ਹਾਂ ਕਿ ਕਿਉਂ ਵੀਜ਼ਾ ਆਫਿਸਰ ਨੇ ਇਹ ਕੇਸ ਰਿਫਿਊਜ਼ ਕੀਤਾ, ਹਾਈ ਕਮਿਸ਼ਨ ਦੇ ਰਿਮਾਰਕਸ ਕੀ ਨੇ। ਕਈ ਵਾਰੀ ਉਹ ਬੜੇ ਹੀ ਕੈਜੂਅਲ ਜਿਹੇ ਰਿਮਾਰਕਸ ਪਾ ਕੇ ਭੇਜ ਦਿੰਦਾ ਕਿ ਵਾਪਸ ਨਹੀਂ ਆਉਣਾ, ਮੈਨੂੰ ਨਹੀਂ ਲੱਗਦਾ ਤੁਸੀਂ ਵਾਪਸ ਆਉਂਗੇ, ਪਰ ਆਪਾਂ ਨੂੰ ਇਨਡਾਇਰੈਕਟਲੀ ਉਹ ਕਿਹੜੀ ਚੀਜ਼ ਨੂੰ ਪਿਨ ਪੁਆਇੰਟ ਕਰ ਰਿਹਾ, ਕਿਉਂ ਉਹਨੂੰ ਲੱਗਦਾ ਕਿ ਉਹਦੇ ਜਿਹੜੇ ਤੁਹਾਡੇ ਟਾਈਜ਼ ਆਪਦੀ ਕੰਟਰੀ ਅੰਦਰ ਉਹ ਵੀਕ ਨੇ, ਕਿਉਂ ਉਹਨੂੰ ਲੱਗਦਾ ਕਿ ਤੁਸੀਂ ਕੈਨੇਡਾ ਛੱਡੋਗੇ ਨਹੀਂ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕਆਊਟ ਬੜਾ ਜ਼ਰੂਰੀ ਹੈ ਦੋਸਤੋ। ਵਿਜ਼ਟਰ ਵੀਜ਼ਾ ਦੀ ਜਿਹੜੀ ਮੈਂ ਗੱਲ ਕਰਾਂ, ਅਕਸਰ ਹੀ ਮੇਰੇ ਨਾਲ ਮੇਰੇ ਜਿਹੜੇ ਸਰੋਤੇ ਆ ਉਹ ਗਿਲਾ ਕਰਦੇ ਆ ਕਿ ਵਿਜ਼ਟਰ ਵੀਜ਼ਾ ਦੇ ਉੱਤੇ ਤੁਸੀਂ ਸਰ ਬੋਲਦੇ ਨਹੀਂ ਕੁਛ। ਦੇਖੋ ਦੋਸਤੋ, ਬੋਲਣ ਨਾ ਬੋਲਣ ਦਾ ਉਹਦੇ ਪਿੱਛੇ ਇੱਕ ਕਾਰਨ ਆ। ਦੇਖੋ ਤੁਸੀਂ ਹੁਣ
ਫਰਮਸ ਦਾ ਕੀ ਕੰਮ ਆ ਕਿ ਉਹ ਤੁਹਾਨੂੰ ਕਹਿੰਦੇ ਨੇ ਜੀ ਕਿਸਾਨ ਮੇਲਾ ਚੱਲ ਪਿਆ, ਕੈਨੇਡਾ ਡੇ ਚੱਲ ਪਿਆ, ਕ੍ਰਿਸਮਸ ਚੱਲ ਪਿਆ, ਫਲਾਨਾ ਡੇ ਆ ਗਿਆ ਤੇ ਔਂਕਾ ਡੇ ਆ ਗਿਆ। ਕੈਨੇਡਾ ਡੇ ਦੇ ਨਾਲ ਇੱਕ ਪੰਜਾਬ ਦੇ ਵਿਜ਼ਿਟਰ ਦਾ ਕੀ ਸੰਬੰਧ ਆ, ਇੱਕ ਪੰਜਾਬ ਦੇ ਉਸ ਵਿਜ਼ਿਟਰ ਦਾ ਕੀ ਸੰਬੰਧ ਆ ਜਿਹਨੇ ਹਜੇ ਤੱਕ ਇੰਡੀਆ ਵੀ ਪੂਰਾ ਨਹੀਂ ਦੇਖਿਆ ਹੋਇਆ। ਮੈਨੂੰ ਤੁਸੀਂ ਇਹ ਗੱਲ ਇੱਕ ਵਾਰੀ ਸਮਝਾ ਦਿਓ। ਜੇ ਮੈਨੂੰ ਇਹ ਗੱਲ ਮੇਰੇ ਸਮਝ ਆ ਜਾਵੇ ਤਾਂ ਮੈਂ ਤੁਹਾਡੇ ਸਮਝਾਉਣ ਦੇ ਤੁਹਾਨੂੰ ਲਾਇਕ ਸਮਝੂੰਗਾ ਆਪਦੇ ਆਪ ਨੂੰ ਵੀ ਮੈਂ ਤੁਹਾਨੂੰ ਸਮਝਾ ਸਕਦਾ। ਹੁਣ ਹਜੇ ਤੱਕ ਆਪਾਂ ਇੰਡੀਆ ਪੂਰਾ ਨਹੀਂ ਦੇਖਿਆ, ਪਰ ਅਸੀਂ ਕੈਨੇਡਾ ਦੇ ਦੇਖਣ ਦੇ ਲਈ, ਕੈਨੇਡਾ ਦੇ ਮਨਾਉਣ ਦੇ ਲਈ ਅਸੀਂ ਕੈਨੇਡਾ ਜਾਣਾ ਚਾਹੁੰਦੇ ਆ। ਕੀ ਹੁੰਦਾ ਕੈਨੇਡਾ ਡੇ ਦੇ ਉੱਤੇ? ਕੁਝ ਵੀ ਨਹੀਂ ਹੁੰਦਾ ਜੀ। ਫਾਇਰਵਰਕਸ ਹੁੰਦੇ ਨੇ, ਨਾਇਗਰਾ ਫਾਲਸ ਤੇ ਹੋ ਜਾਂਦੇ ਨੇ, CN ਟਾਵਰ ਕੋਲੇ ਹੁੰਦੇ ਨੇ, ਹੋਰ ਵੀ ਜਿੱਥੇ ਜਿੱਥੇ ਵੱਡੇ ਸ਼ਹਿਰ ਨੇ ਉਹਨਾਂ ਦੇ ਜਿਹੜੀਆਂ ਉੱਥੇ ਮੇਨ ਪਲੇਸਿਸ ਨੇ ਉੱਥੇ ਹੁੰਦੇ ਨੇ। ਪਰ ਸਾਨੂੰ ਪ੍ਰਭਾਵ ਪਾਉਣ ਦੇ ਲਈ ਸਾਡੇ ਇਹ ਇੱਕ ਅਟਰੈਕਟਿਵ ਐਡਵਰਟਾਈਜ਼ਮੈਂਟਸ ਨੇ, ਇਸ ਤੋਂ ਵੱਧ ਹੋਰ ਕੁਝ ਨਹੀਂ। ਕਦੇ ਵੀ ਵਿਜ਼ਿਟਰ ਵੀਜ਼ਾਸ ਇੱਕ ਪਾਰਟਿਕੂਲਰ ਕੈਨੇਡਾ ਦੇ ਜਿਹੜੇ ਤਿਉਹਾਰ ਨੇ ਜਾਂ ਕੈਨੇਡਾ ਦੇ ਜਿਹੜੇ ਉਹਨਾਂ ਦੇ ਜਿਹੜੇ ਮਨਾਉਣ ਯੋਗ ਉਹਨਾਂ ਦੇ ਜਿਹੜੇ ਇਤਿਹਾਸਕ ਦਿਨ ਨੇ ਉਹਨਾਂ ਨਾਲ ਨੰਬਰ ਸੰਬੰਧ ਨਹੀਂ ਰੱਖਦੇ। ਕੈਨੇਡੀਅਨ ਗਵਰਨਮੈਂਟ ਨੂੰ ਵੈਸੇ ਹੀ ਵਿਜ਼ਿਟਰ ਦੀ ਲੋੜ ਪੈਂਦੀ ਹੈ। ਹੁਣ ਤਕਨੀਕੀ ਕਾਰਨ ਤੱਕ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ 18 ਦੇ ਵਿੱਚ 17 ਤੋਂ ਲੈ ਕੇ 19 ਦੇ ਦਰਮਿਆਨ ਧੜਾਧੜ ਵਿਜ਼ਿਟਰ ਵੀਜ਼ਾਸ ਹਾਈ ਕਮਿਸ਼ਨ ਨੇ ਕੈਨੇਡੀਅਨ ਗਵਰਨਮੈਂਟ ਨੇ ਤੇ ਹਾਈ ਕਮਿਸ਼ਨ ਨੇ ਰਲ ਕੇ ਇੰਡੀਆ ਦੇ ਲੋਕਾਂ ਨੂੰ ਵੰਡੇ। ਕਿਉਂ ਵੰਡੇ ਗਏ ਦੋਸਤੋ? ਕੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੰਨੇ ਵਿਜ਼ਿਟਰ ਵੀਜ਼ਾ ਲੈ ਕੇ ਗਏ ਪੰਜਾਬ ਦੇ ਨਿਵਾਸੀ, ਉਹਨਾਂ ਨੇ ਸਭ ਨੇ 80% ਨੇ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕੀਤਾ। ਜਿੰਨੀ ਬੇਰੀ ਟੁੱਟੀ ਆ ਪੰਜਾਬ ਦੇ ਵਾਸੀਆਂ ਨੇ, ਪੰਜਾਬ ਦੇ ਲੋਕਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਕੇ ਤੋੜੀ ਆ। ਉਹ ਜ਼ਰੂਰਤ ਸੀ ਕੈਨੇਡੀਅਨ ਗਵਰਨਮੈਂਟ ਦੀ ਇੱਕ, ਉਹ ਲੋੜ ਸੀ ਕੈਨੇਡੀਅਨ ਗਵਰਨਮੈਂਟ ਦੀ ਇੱਕ। ਜਦੋਂ ਤੁਸੀਂ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਜਦੋਂ ਤੁਸੀਂ ਟੈਕਨੀਕਲੀ ਹਰ ਜੋ ਇੱਕ ਸਿਨੈਰੀਓ ਚੱਲ ਰਿਹਾ ਕਿਸੇ ਕੰਟਰੀ ਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਸਾਨੂੰ ਪਤਾ ਲੱਗ ਜੂਗਾ ਕਿ ਕੇਸ ਨੂੰ ਅਪਲਾਈ ਕਿਵੇਂ ਕਰਨਾ, ਕਿਹੋ ਜਿਹੇ ਕੇਸਿਸ ਦੇ ਵੀਜ਼ੇ ਆਉਂਦੇ ਆ ਤੇ ਕਿਹੋ ਜਿਹੇ ਕੇਸਿਸ ਨੂੰ ਆਪਾਂ ਕਿਵੇਂ ਦਾ ਕੇਸ ਤਿਆਰ ਕਰਕੇ ਹਾਈ ਕਮਿਸ਼ਨ ਦੇ ਅੱਗੇ ਪੇਸ਼ ਕਰਨਾ। ਦੇਖੋ, ਫੰਡਸ ਸਭ ਤੋਂ ਇੰਪੋਰਟੈਂਟ ਚੀਜ਼ ਆ। ਕਿਉਂ ਇੰਪੋਰਟੈਂਟ ਚੀਜ਼ ਆ? ਪਤਾ ਹਾਈ ਕਮਿਸ਼ਨ ਨੂੰ ਇਸ ਚੀਜ਼ ਦਾ ਕਿ ਜਿਹੜਾ ਵੀ ਸਟੂਡੈਂਟ ਕੈਨੇਡਾ ਪੜ੍ਹਨ ਚੱਲਿਆ, ਜਿਹੜਾ ਵੀ ਉਹਦਾ ਸਪਾਊਸ ਓਪਨ ਵਰਕ ਪਰਮਿਟ ਤੇ ਕੈਨੇਡਾ ਚੱਲਿਆ, ਉਹਨੇ ਕੈਨੇਡਾ ਛੱਡ ਕੇ ਨਹੀਂ ਆਉਣਾ। ਪਰ ਵੀਜ਼ਾ ਆਫਿਸਰ ਕਹਿੰਦਾ ਸਾਨੂੰ ਲੱਗਣਾ ਨਹੀਂ ਚਾਹੀਦਾ। ਹੁਣ ਇਸ ਚੀਜ਼ ਨੂੰ ਬੜੇ ਹੀ ਧਿਆਨ ਨਾਲ ਸਮਝੋ। ਇਹ ਗੱਲ ਮੈਂ ਤੁਹਾਨੂੰ ਦੁਬਾਰੇ ਦੱਸ ਰਿਹਾ ਵੀ ਕੀ ਵੀਜ਼ਾ ਆਫਿਸਰ ਨੂੰ ਇਹ ਨਹੀਂ ਪਤਾ ਕਿ ਹੁਣ ਤੱਕ ਮੈਂ ਜਿੰਨੇ ਵੀਜ਼ੇ ਦਿੱਤੇ ਆ ਸਟੂਡੈਂਟ ਤੇ ਜਿੰਨੇ ਮੈਂ ਓਪਨ ਵਰਕ ਪਰਮਿਟ ਦੇ ਵੀਜ਼ੇ ਦਿੱਤੇ ਆ ਉਹ ਵਾਪਸ ਨਹੀਂ ਆਏ, ਸਭ ਨੇ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕੀਤੀ। ਕੀ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਉਸ ਪੜ੍ਹਾਈ ਖਤਮ ਕਰਨ ਤੋਂ ਬਾਅਦ, PGWP ਖਤਮ ਕਰਨ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਇੱਕ ਰਾਹ ਆ ਉੱਥੇ ਪੱਕੇ ਤਰ੍ਹਾਂ ਦਾ, ਪੱਕੇ ਵਸਨੀਕ ਬਣ ਕੇ ਕੈਨੇਡਾ ਦੇ ਵਿੱਚ ਰਹਿਣ ਦਾ? ਦੋਸਤੋ, ਇਹ ਹਰ ਇਮੀਗ੍ਰੇਸ਼ਨ ਆਫਿਸਰ ਨੂੰ ਪਤਾ ਵਾ। ਪਰ ਵੀਜ਼ਾ ਆਫਿਸਰ ਕਹਿੰਦਾ ਤੁਹਾਡੇ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਐਸੀ ਹੋਣੀ ਚਾਹੀਦੀ ਆ ਕਿ ਸਾਨੂੰ ਜਿਹੜਾ ਤੁਹਾਡਾ ਪਰਪਸ ਆਫ ਵਿਜ਼ਿਟ ਆ ਉਹ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਕੀ ਕਰਨ ਚੱਲੇ ਹੋ। ਤੁਸੀਂ ਪੜ੍ਹਨ ਚੱਲੇ ਹੋ, ਮਤਲਬ ਪੜ੍ਹਨ ਚੱਲੇ ਹੋ। ਤੁਸੀਂ ਆਫਟਰ ਯੂਰ ਐਜੂਕੇਸ਼ਨ ਤੁਸੀਂ ਕੈਨੇਡਾ ਛੱਡੋਗੇ ਤਾਂ ਸਾਨੂੰ ਇਹ ਫੀਲ ਹੋਣਾ ਚਾਹੀਦਾ, ਹਾਂ ਛੱਡੋਗੇ, ਸਾਨੂੰ ਪਤਾ ਤੁਸੀਂ ਨਹੀਂ ਛੱਡਣਾ, ਪਰ ਸਾਨੂੰ ਇਹ ਫੀਲ ਨਹੀਂ ਆਉਣਾ ਚਾਹੀਦਾ ਕਿ ਤੁਸੀਂ ਨਹੀਂ ਛੱਡਣਾ। ਜੇ ਨਹੀਂ ਸਾਨੂੰ ਇਹ ਫੀਲ ਆਊਗਾ ਤਾਂ ਅਸੀਂ ਤੁਹਾਡੇ ਤੇ ਪਰਪਸ ਆਫ ਵਿਜ਼ਿਟ ਲਾ ਕੇ, ਤੁਹਾਡੇ ਫੈਮਿਲੀ ਟਾਈਜ਼ ਦਾ ਬਹਾਨਾ ਬਣਾ ਕੇ, ਤੁਹਾਡੇ ਫੰਡਸ ਨੂੰ ਮੁੱਖ ਰੱਖ ਕੇ ਅਸੀਂ ਤੁਹਾਡਾ ਕੇਸ ਅਪਲਾਈ ਕੀਤਾ ਹੋਇਆ ਰਿਫਿਊਜ਼ ਕਰਕੇ ਤੁਹਾਨੂੰ ਦੇ ਦੇਵਾਂਗੇ। ਸੋ ਇਹ ਸਾਰੀਆਂ ਤਕਨੀਕੀ ਗੱਲਾਂ ਨੇ ਜਿਹੜੀਆਂ ਇਹ ਕੰਮ ਕਰਕੇ ਆਉਂਦੀਆਂ ਨੇ। ਇਹ ਕਿਸੇ ਵਾਈਟ ਬੋਰਡ ਦੇ ਉੱਤੇ ਕਿਤਾਬਾਂ ਪੜ੍ਹ ਕੇ, ਲਾਇਸੈਂਸ ਲੈ ਕੇ, ਜਾਂ ਤੁਸੀਂ ਕਿਸੇ ਨੂੰ ਬਲੈਕ ਬੋਰਡ ਦੇ ਉੱਤੇ ਸਮਝਾ ਨਹੀਂ ਸਕਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ। ਇਹ ਸਾਰੀਆਂ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਆ, ਇਹ ਇੱਕ ਮਕੈਨਿਕੀ ਵਾਲੇ ਕੰਮ ਵਰਗਾ ਆ। ਜਿਵੇਂ ਸਕੂਟਰ ਮਕੈਨਿਕ, ਕਾਰ ਮਕੈਨਿਕ ਦਾ ਕੰਮ ਆ ਨਾ, ਉਹ ਜਿੰਨਾ ਹੱਥੀਂ ਕਰਦਾ ਓਨਾ ਹੀ ਉਹ ਪਰਫੈਕਟ ਹੁੰਦਾ ਜਾਂਦਾ। ਉਹ ਜਿੰਨੇ ਖਰਾਬ ਹੋਏ ਕਨਵੈਂਸ ਜਾਂ ਖਰਾਬ ਹੋਏ ਵਾਹੀਕਲਸ ਥਰੂ ਨਿਕਲਦਾ ਰਹਿੰਦਾ, ਓਨਾ ਹੀ ਉਹਦਾ ਐਕਸਪੀਰੀਅੰਸ ਵੱਧਦਾ ਜਾਂਦਾ। ਉਵੇਂ ਹੀ ਇਹ ਸਾਡਾ ਕੰਮ ਆ। ਅਸੀਂ ਕਿੰਨੇ ਕੇਸਿਸ ਥਰੂ ਹੁੰਨੇ ਆ ਡੇਲੀ, ਅਸੀਂ ਕਿੰਨੇ ਲੋਕਾਂ ਨੂੰ ਮਿਲਦੇ ਆ, ਕਿੰਨੇ ਰਿਫਿਊਜ਼ ਹੋਏ ਕੇਸ ਸਾਡੇ ਕੋਲੇ ਆਉਂਦੇ ਨੇ। ਹਰ ਤਰ੍ਹਾਂ ਦਾ ਕੇਸ ਸਾਡੇ ਕੋਲੇ ਆ ਜਾਂਦਾ, ਹਰ ਤਰ੍ਹਾਂ ਦਾ ਕੇਸ। ਇੱਕ ਜੇ ਅਸੀਂ ਗੱਲ ਕਰੀਏ ਕਿ 10 ਓਪਨ ਵਰਕ ਪਰਮਿਟ ਦੇ ਕੇਸ ਆਇਆ ਤਾਂ 10 ਆਪਦੀ ਜਗ੍ਹਾ ਦੇ ਉੱਤੇ ਯੂਨੀਕ ਨੇ। ਉਹਨਾਂ ਦੇ 10 ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਆਪਦੇ ਆਪ ਨੂੰ ਲੈ ਕੇ ਉਹਨਾਂ ਦੇ ਕੁਝ ਵੀਕ ਪੁਆਇੰਟ ਨੇ।
ਕਿਸੇ ਦਾ ਵੀਕ ਪੁਆਇੰਟ ਕੋਈ ਆ, ਕਿਸੇ ਦਾ ਕੋਈ ਆ। ਉਹ ਸਾਰੀਆਂ ਚੀਜ਼ਾਂ ਜਦੋਂ ਸਮਝ ਆਉਂਦੀਆਂ ਨੇ ਕਿ ਉਹਨਾਂ ਵੀਕ ਪੁਆਇੰਟ ਨੂੰ ਖਤਮ ਕਰਨ ਦਾ ਤਰੀਕਾ ਕੀ ਆ, ਉਹ ਲੂਪ ਹੋਲਸ ਨੂੰ ਬੰਦ ਕਰਨ ਦਾ ਤਰੀਕਾ ਕੀ ਆ, ਫਿਰ ਸਾਨੂੰ ਹੌਲੀ ਹੌਲੀ ਲੱਭਣਾ ਪੈਂਦਾ, ਫਿਰ ਉਹ ਇੰਪਲੀਮੈਂਟ ਕਰਕੇ ਦੇਖਿਆ ਜਾਂਦਾ, ਫਿਰ ਉਹਦੇ ਰਿਜ਼ਲਟਸ ਦੇ ਉੱਤੇ ਵਰਕਆਊਟ ਕੀਤਾ ਜਾਂਦਾ। ਸੋ ਦੋਸਤੋ, ਚੋਣ ਸਭ ਤੋਂ ਇੰਪੋਰਟੈਂਟ ਚੀਜ਼ ਆ, ਚਾਹੇ ਉਹ ਕਿਸੇ ਆਪਦੇ ਕਰੀਅਰ ਕਾਉਂਸਲਰ ਦੀ ਆ, ਤੁਹਾਡੇ ਗਾਈਡ ਦੀ ਆ, ਫਿਰ ਉਸ ਤੋਂ ਬਾਅਦ ਚਾਹੇ ਕੋਰਸ ਦੀ ਆ, ਚਾਹੇ ਕਾਲਜ ਦੀ ਆ, ਚਾਹੇ ਪ੍ਰੋਵਿੰਸ ਦੀ ਆ, ਉਸ ਤੋਂ ਬਾਅਦ ਚਾਹੇ ਤੁਹਾਡੇ ਪਰਪਸ ਆਫ ਵਿਜ਼ਿਟ ਦੀ ਆ, ਕਿ ਜੋ ਤੁਸੀਂ ਪਰਪਸ ਆਫ ਵਿਜ਼ਿਟ ਦਿਖਾਉਣਾ ਚਾਹੁੰਦੇ ਹੋ ਵੀਜ਼ਾ ਆਫਿਸਰ ਨੂੰ, ਕਿ ਤੁਸੀਂ ਉਸ ਨੂੰ ਜਸਟੀਫਾਈ ਕਰਨ ਦੇ ਕੈਪੇਬਲ ਵੀ ਹੋ ਕਿ ਨਹੀਂ ਹੋ। ਸੋ ਦੋਸਤੋ, ਇੰਨਾ ਕਹਿੰਦਾ ਮੈਂ ਖਿਮਾ ਦਾ ਜਾਚਕਾਂ। ਲਾਈਵ ਹੋਣਾ ਇਸ ਲਈ ਜ਼ਰੂਰੀ ਸਮਝਿਆ ਕਿਉਂਕਿ ਤਕਰੀਬਨ 500 ਮੈਸੇਜ ਸਿਰਫ ਇਹੀ ਆਇਆ ਹੋਇਆ ਸੀ ਕਿ ਸਰ ਲਾਈਵ ਨਹੀਂ ਹੋਏ, ਸਰ ਲਾਈਵ ਨਹੀਂ ਹੋਏ। ਸੋ ਦੋਸਤੋ, ਰਿਜ਼ਲਟਸ ਨੇ ਜਿਹੜੇ ਧੜਾ ਆ ਰਹੇ ਨੇ, ਤੁਸੀਂ ਐਵਰੀਡੇ ਦੇਖ ਸਕਦੇ ਹੋ ਕਿ ਓਪਨ ਵਰਕ ਪਰਮਿਟ ਦੇ ਟੈਸਟੀਮੋਨੀਅਲਸ, ਸਟੂਡੈਂਟ ਵੀਜ਼ਾ ਦੇ ਟੈਸਟੀਮੋਨੀਅਲਸ ਰੈਗੂਲਰ ਪੈ ਰਹੇ ਨੇ। ਪਰ ਮੈਂ ਤੁਹਾਨੂੰ ਉੱਕਾ ਪੁੱਕਾ ਦੱਸ ਦੇਣਾ ਚਾਹੁੰਦਾ ਕਿ ਤਕਰੀਬਨ 100 ਤੋਂ ਉੱਪਰ ਰਿਜ਼ਲਟਸ ਕੱਲੇ ਓਪਨ ਵਰਕ ਪਰਮਿਟ ਦੇ ਪਿਛਲੇ ਲਾਈਵ ਤੋਂ ਲੈ ਕੇ ਹੁਣ ਤੱਕ ਆਏ ਨੇ, ਜਿਹਦੇ ਵਿੱਚ ਪੀਪੀਆਰਸ ਵੀ ਨੇ ਤੇ ਮੈਡੀਕਲਸ ਵੀ ਨੇ। ਇੰਨੇ ਹੀ ਰਿਜ਼ਲਟ ਸਟੂਡੈਂਟ ਵੀਜ਼ਾ ਦੇ ਹੋਣਗੇ, ਤਕਰੀਬਨ 200 ਪਲੱਸ, 250 ਪਲੱਸ ਰਿਜ਼ਲਟ ਕੱਲੇ ਪੋਜ਼ਿਟਿਵ ਰਿਜ਼ਲਟ ਕੱਲੇ ਵਿਜ਼ਿਟਰ ਵੀਜ਼ਾ ਦੇ ਮੈਂ ਰਿਸੀਵ ਕੀਤੇ ਨੇ। ਪਰ ਇਕੱਠੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਜੇ ਮੈਂ ਉਹ ਸਾਰਿਆਂ ਨੂੰ ਕੱਲੇ ਕਾਗਜ਼ ਨੂੰ ਐਕਸਪਲੇਨ ਕਰਨ ਲੱਗ ਜਾਂ ਤਾਂ 2 ਘੰਟੇ ਦਾ ਸਮਾਂ ਤੁਹਾਡੇ ਨਾਲ ਲੱਗੂਗਾ। ਫਿਰ ਟੈਕਨੀਕਲ ਗੱਲਾਂ ਜਿਹੜੀਆਂ ਸ਼ੇਅਰ ਕਰਨੀਆਂ ਹੁੰਦੀਆਂ ਉਹ ਰਹਿ ਜਾਂਦੀਆਂ ਨੇ। ਸੋ ਦੋਸਤੋ, ਖਿਮਾ ਦਾ ਜਾਚਕਾਂ ਕਿ ਮੈਂ ਸਮਾਂ ਪਾਇਆ ਲਾਈਵ ਹੋਣ ਦੇ ਲਈ, ਪਰ ਕੋਸ਼ਿਸ਼ ਕਰੂੰਗਾ ਕਿ ਹੁਣ ਤਰਤੀਬਵਾਰ ਲੈਬੱਧ ਤਰੀਕੇ ਦੇ ਨਾਲ ਲਾਈਵ ਹੁੰਦਾ ਰਹੂੰਗਾ। ਜਿਵੇਂ ਕੁਝ ਅਪਡੇਟਸ ਤੁਹਾਨੂੰ ਦੇਣੀਆਂ ਹੋਣਗੀਆਂ ਦਿੰਦਾ ਰਹੂੰਗਾ। ਤੇ ਯਾਦ ਰੱਖੋ, ਇਨ ਕੈਨੇਡਾ ਆਪਣੀ ਕੰਪਨੀ ਦਾ ਨਾਂ GD ਇਮੀਗ੍ਰੇਸ਼ਨ ਆ ਦੋਸਤੋ, ਤੇ ਇੰਡੀਆ ਦੇ ਵਿੱਚ ਮੈਟਰੋ ਗਲੋਬਲ ਦੇ ਨਾਂ ਹੇਠ ਆਪਾਂ ਕੰਮ ਕਰ ਰਹੇ ਹਾਂ। ਜਿਹੜੇ ਬੱਚੇ ਕੈਨੇਡਾ ਆ ਚੁੱਕੇ ਨੇ, ਜੋ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਪੇਸ਼ ਆਉਂਦੀ ਆ, ਉਹ GD ਇਮੀਗ੍ਰੇਸ਼ਨ ਦੇ ਆਫਿਸ ਹੁਰਨ ਟੈਰੀਓ ਕਾਉਂਟੀ ਕੋਰਟ 2 ਕਾਉਂਟੀ ਕੋਰਟ ਬਿਲਡਿੰਗ ਦਾ ਨਾਂ ਆ। ਉੱਥੇ ਤੁਸੀਂ ਆ ਕੇ ਸਾਡੇ ICCRC CICC ਦੇ ਮੈਂਬਰਸ ਨੂੰ ਮਿਲ ਸਕਦੇ ਹੋ। ਪ੍ਰੋਪਰ ਟੀਮ CICC ਮੈਂਬਰਸ ਦੀ ਉੱਥੇ ਬੈਠਦੀ ਆ, ਜੋ ਤੁਹਾਡੀਆਂ ਹਰ ਪ੍ਰੋਬਲਮਸ ਦਾ ਹੱਲ ਐਜ਼ ਪਰ ਦਾ ਰੂਲਸ ਐਂਡ ਰੈਗੂਲੇਸ਼ਨਸ ਤੁਹਾਨੂੰ ਪ੍ਰੋਵਾਈਡ ਕਰੂਗੀ। ਇੰਨਾ ਕਹਿੰਦਾ ਆਪ ਸਭ ਦਾ ਧੰਨਵਾਦੀ। ਖਿਮਾ ਦਾ ਜਾਚਕ, ਧੰਨਵਾਦ।